बिस्मिल्लाहिर्रहमानिर्रहीम। अस्सलाम वालेकुम। अस्सलाम वालेकुम वरहमतुल्लाह। कैसे हैं हमारे साहब बहन भाई। अस उम्मीद करते हैं कि साढ़े तमाम भैन भरा खैर की तरह होंगे। अल्लाह पाक साढ़े तमाम बहन भाइयों को अपने ज़ुबान से रखे। अल्लाह पाक खैर करे, अल्लाह तंदुरुस्ती और सेहत देवे। और साढ़े तमाम बहन भाइयों को जुमे की बहुत बहुत मुबारक हो। नवे साल का पहला जुमा। अल्लाह पाक इस पाक बाबरकत देंदे सदके ना साढ़े तमाम बहन भाइयों दी दुआवां कबूल फरमाए। आमीन। ते जी वीडियो कुछ इस तरह दी है कि धुप ते बैठे हैं देख सकते। कल भी माशाल्लाह बहुत प्यारा दिन सी, धुप सीगी ते परसों बारिश पई सी ते अज भी धुप आ माशाल्लाह बहुत प्यारी। ते असें धुप्पे मंजा डाया होया नाले में मालिश कराई मालिश कीती है धुप्पे। मैं कहा चल बैठ के देख जे स्कूल हो गए पूरा ਤੇ ਮੈਨੂੰ ਡਾਕਟਰਾਂ ਨੇ ਰੋਕਿਆ ਸੀਗਾ ਵੀ ਤੂੰ ਵਜ਼ਨ ਵਾਲਾ ਕੰਮ ਨਹੀਂ ਕਰਨਾ ਹੈਗਾ ਜਿੰਨੇ ਤੱਕ ਆਰਾਮ ਨਾ ਆਵੇ। ਤੇ ਮੈਂ ਉਦੋਂ ਇਹਨਾਂ ਨੂੰ ਬੜਾ ਰੋਕਿਆ ਵੀ, ਇਹਨਾਂ ਨੂੰ ਵੀ ਰਹਿਣ ਦਾ ਚਲੋ ਕੋਈ ਨਹੀਂ, ਅੱਲਾ ਵਾਰਸਾ ਮਜਬੂਰ ਹੋ ਕੇ ਗਿਆ ਕਿਉਂਕਿ ਵੀ ਘਰ ਖਰਚਾ ਵੀ ਕੋਈ ਨਹੀਂ ਸੀ ਹੈਗਾ, ਨਾ ਕੋਈ ਸੌਦੇ ਸੀਗੇ ਪੂਰੇ, ਨਾ ਆਟਾ ਸੀਗਾ। ਦੂਰ ਹੋ ਕੇ ਮੈਨੂੰ ਜਾਣਾ ਪਿਆ। ਉਦੋਂ ਮੈਂ ਗਿਆ, ਗੱਡੀ ਲਾਈ ਹੈ। ਮੈਂ ਕਿਹਾ ਚਲੋ ਹੁਣ ਠੀਕ ਹੋ ਗਿਆ, ਗੁਜ਼ਾਰਾ ਕਰਦੇ ਆ। ਗੱਡੀ ਲਾਈ ਪਰ ਉਦੋਂ ਫੇਰ ਜਿਹੜਾ ਨਾ ਦਰਦ ਜਿਹੜੀ ਹੋਣਾ ਸ਼ੁਰੂ ਹੋ ਗਈ ਤੇ ਮੇਰਾ ਬਾਜ਼ੂ ਜਿਹੜਾ ਰੁਕਣਾ ਸ਼ੁਰੂ ਹੋ ਗਿਆ। ਤੇ ਇਹਦੇ ਨਾਲ ਨਾ ਜਿਹੜਾ ਟੈਲਾਂ ਵੀ ਨਹੀਂ ਸੀ ਚੱਕ ਹੁੰਦੀਆਂ ਉਹਦੇ ਨਾਲ ਆ ਕੰਮ ਨਹੀਂ ਕਰਦੀ ਬਾਂਹ ਪੂਰੀ ਜਿਹੜੀ ਨਾ ਕੰਮ ਨਹੀਂ ਕਰਦੀ। ਇਹ ਝਟਕਾ ਜਿਹੜਾ ਲੱਗਾ ਨਾ ਫਾਲਜ ਦਾ ਇਹ ਤੇ ਇਹਨੇ ਅੱਧੀ ਬਾਂਹ ਮੇਰੀ ਜਿਹੜੀ ਨਾ ਡੈਮੇਜ ਕਰਤੀ, ਕੰਮ ਨਹੀਂ ਹੁੰਦਾ ਮੇਰੇ ਕੋਲ ਪੂਰਾ। ਤੇ ਉਧਰੋਂ ਗੱਡੀ ਲਾਈ ਆ ਤੇ ਉਹ ਗੱਡੀ ਲਾਉਣ ਤੋਂ ਬਾਅਦ ਜਿਹੜਾ ਨਾ ਇੰਨੀ ਤਕਲੀਫ ਹੋਈ। ਘਰ ਆਇਆ ਕਿਉਂਕਿ ਉਦੋਂ ਤੱਤੇ ਘਾ ਲਾਈ ਤੇ ਨਹੀਂ ਮਹਿਸੂਸ ਹੋਇਆ, ਉਹਦਾ ਮਾੜੀ ਮਾੜੀ ਦੁਖਦੀ ਸੀ। ਜਦੋਂ ਜਿਵੇਂ ਜਿਵੇਂ ਜਿਸਮ ਠੰਡਾ ਹੁੰਦਾ ਹੈ ਘਰ ਆਇਆ ਬਸ ਤਕਲੀਫ ਸ਼ੁਰੂ। ਉਦੋਂ ਦੀ ਤਕਲੀਫ ਲਗਾਤਾਰ ਹੋਣ ਲਈ ਆ, ਨੀਂਦ ਨਹੀਂ ਆਉਂਦੀ। ਤੇ ਹੁਣ ਵੀ ਢੋਲ ਲਾ ਕੇ ਕੰਧ ਦੇ ਨਾਲ ਬੈਠਾ, ਮਾਲਿਸ਼ ਕਰਾਈ ਆ ਤੇ ਜਾਣਾ ਸੀ ਦਵਾਈ ਲੈਣ। ਤੇ ਜੁਮਾ ਪਾੜ ਹੋ ਰਿਹਾ ਸੀਗਾ ਤੇ ਜੁਮੇ ਦਾ ਕਰਕੇ ਫਿਰ ਅਸੀਂ ਨਹੀਂ ਗਏ ਹੈਗੇ। ਮੈਂ ਕਦੋਂ ਹੁਣ ਜਿਹੜਾ ਨਾ ਜੁਮੇ ਤੋਂ ਬਾਅਦ ਹੀ ਜਾਵਾਂਗੇ। ਤੇ ਨਮਾਜ਼ ਮੈਂ ਇੱਥੇ ਘਰ ਹੀ ਪੜ੍ਹ ਲਈ ਸੀ ਕਿਉਂਕਿ ਮੇਰੇ ਕੋਲ ਜੁਮਾ ਤਾਂ ਨਹੀਂ ਪੜ੍ਹ ਹੋਣਾ ਉੱਥੇ ਨਾਲ। ਇੱਥੇ ਪੜ੍ਹ ਲਈ ਸੀ ਤੇ ਬੱਚੇ ਮਾਸ਼ਾਅੱਲਾ ਉੱਥੇ ਗਏ ਸੀਗੇ ਜੁਮਾ ਪੜ੍ਹਨ ਵਾਜਦ ਅਲੀ ਤੇ ਮਜਾਹਦ ਅਲੀ ਦੇ ਵੀ ਫੋੜਾ ਨਿਕਲਿਆ। ਮਜਾਹਦ ਦੇ ਵਿਚਾਰੇ ਦੇ ਸੱਟ ਐਸੀ ਲੱਗੀ ਸੀਗੀ, ਉਹੀ ਫੋੜਾ ਬਣ ਗਿਆ ਉਹਦੇ ਪੈਰ ਤੋਂ। ਐ ਗੋਲ ਜਿਹਾ ਫੋੜਾ ਜਿਹਾ ਬਣਿਆ ਹੋਇਆ ਵਾ। ਅੱਗੇ ਰਾਮ ਆ ਕੇ ਫਿਰ ਦੁਬਾਰਾ ਸ਼ੁਰੂ ਹੋ ਗਿਆ। ਜੋ ਵੀ ਰੋਈ ਜਾਂਦਾ ਉਹ ਵੀ ਵਿਚਾਰਾ ਏਦਾਂ ਹੀ ਆ। ਤੇ ਭੈਣ ਭਾਈਆਂ ਨੂੰ ਵੀ ਪਤਾ ਵਾ ਕਿ ਬੱਚੇ ਨੂੰ ਕਮਾ ਕੇ ਕਿੰਨੇ ਖਵਾਉਣਾ ਵਾ, ਬਿਮਾਰ ਠਮਾਰ ਦਾ ਵੀ ਕਰਨਾ, ਆਪ ਵੀ ਬਿਮਾਰ ਰਹਿਣ ਡਿਆ ਵਾ। ਤੇ ਮੇਰੇ ਤੇ ਜਿਹੜੇ ਤੇ ਕਮਾਏ ਸੀ ਉਹ ਲੱਗ ਗਏ। ਤੇ ਅੱਜ ਮਾਲਿਸ਼ ਕੀਤੀ ਆ, ਦਵਾਈ ਵੀ ਮੇਰੀ ਮੁੱਕ ਗਈ ਆ ਮੁਕੰਮਲ ਤੌਰ ਤੇ, ਜਿਹੜੀ ਸਾਰੀ ਖਾਧੀ ਗਈ ਸਰਕਾਰੀ ਵੀ ਪ੍ਰਾਈਵੇਟ ਤੇ ਉਹ ਵੀ ਲੈਣ ਜਾਣੀ ਸੀਗੀ। ਮੈਂ ਕਿਹਾ ਅੱਜ ਭੈਣ ਭਾਈਆਂ ਨੇ ਵੀਡੀਓ ਸ਼ੇਅਰ ਕਰ ਲਈ। ਤੇ ਦੂਸਰੇ ਨੰਬਰ ਤੇ ਜਿਹੜਾ ਬਸ ਜਿਹੜੀ ਜ਼ਰੂਰੀ ਆ ਸਾਨੂੰ ਗੱਲ ਕਰਨੀ ਉਹ ਅਸੀਂ ਕਰਦੇ ਹਾਂ ਕਿ ਮੈਂ ਜਿਹੜਾ ਰਕਸ਼ਾ ਪਹਿਲੋਂ ਜਿਹੜਾ ਕਿਰਾਏ ਤੇ ਦਿੱਤਾ ਹੋਇਆ ਸੀਗਾ ਤੇ ਹੁਣ ਜਿਹੜਾ ਉਹ ਮਜਬੂਰ ਹੋ ਕੇ ਮੈਂ ਉਹ ਵੇਚ ਦਿੱਤਾ ਰਕਸ਼ਾ। ਠੀਕ ਹੈ ਨਾ, ਕਿਉਂਕਿ ਪਹਿਲੋਂ ਤਾਂ ਨਹੀਂ ਸੀ ਮੈਂ ਵੇਚਣਾ ਤੇ ਹੁਣ ਮੇਰੀ ਮਜਬੂਰੀ ਬਣ ਗਈ ਵੇਚਣੀ। ਆਈ ਕਿਉਂਕਿ ਕੰਮ ਮੇਰੇ ਕੋਲ ਹੁੰਦਾ ਕੋਈ ਨਹੀਂਗਾ। ਤੇ ਜਿਹੜਾ ਵਾ ਉਦੋਂ ਗੱਡੀ ਲਾਉਣ ਗਿਆ ਤੇ ਫਿਰ ਮੰਜੇ ਤੇ ਪੈ ਗਿਆ। ਮਜਬੂਰਨ ਵੇਚ ਦਿੱਤੀ ਕਿਉਂਕਿ ਉਹ ਬੰਦਾ ਵੀ ਕਹਿੰਦਾ ਸੀ, ਕਹਿੰਦਾ ਮੈਨੂੰ ਮੁੱਲ ਦੇ ਦੇ। ਉਹਨੇ 20,000 ਰੁਪਏ ਉੱਤੇ ਲਾਇਆ ਸੀ ਗੱਡੀ ਦੇ ਤੇ ਵਾਪਸ ਅਸੀਂ ਜੇ ਲੈਂਦੇ ਸੀ ਤੇ ਉਹ ਪੈਸੇ ਮੰਗਦਾ ਸੀ ਸਾਡੇ ਕੋਲੋਂ ਕਿ ਜਿਹੜਾ ਮੇਰਾ ਖਰਚਾ ਆਇਆ ਦਿਓ। ਫਿਰ ਅਸੀਂ ਜਿਹੜਾ ਨਾ ਆਪ ਰੁਪਈਆ ਅੱਲਾ ਦੇਖੋ। ਹਾਂਜੀ ਤੇ ਅਸੀਂ ਕਿੱਥੋਂ ਉਹਨੂੰ ਦੇਣਾ। ਨਾਲੇ ਸਕੂਲ ਤੇ ਲਾਇਆ ਹੋਇਆ ਉਹਨੇ ਰਕਸ਼ਾ, ਸੀਟਾਂ ਵਿੱਚ ਰਖਾ ਕੇ ਪੋਸ਼ਣ ਕਰਾ ਕੇ ਸਾਰਾ ਕੁਝ ਉਹਨੇ ਖਰਚਾ ਕੀਤਾ ਗੱਡੀ ਤੇ ਸੋਹਣਾ ਬੜਾ। ਤੇ ਮੈਂ ਕਿਹਾ ਚਲੋ ਠੀਕ। ਉਹ ਕਹਿੰਦਾ ਸੀ ਮੈਨੂੰ ਮੁੱਲ ਦੇ ਦੇ, ਫਿਰ ਉਹਨੂੰ ਦੇ ਦਿੱਤਾ ਜੀ ਘਾਟੇ ਦੇ ਵਿੱਚ ਕੀਤਾ ਵਾ। ਤੇ ਲੱਖ ਰੁਪਏ ਦਾ ਰਕਸ਼ਾ ਉਹਨੂੰ ਵੇਚਿਆ ਵਾ ਤੇ ਇੱਕ ਵਿੱਚ ਪਾਈ ਆ ਮੋਟਰਸਾਈਕਲ ਵੀ ਇੱਕ ਭੈਣ ਭਾਈ ਨੂੰ ਦਿਖਾਵਾਂਗੇ। ਮੈਂ ਕਿਹਾ ਚਲੋ ਸਵਾਰੀ ਤਾਂ ਬਣ ਗਈ ਨਾ, ਸਵਾਰੀ ਦੀ ਸਵਾਰੀ ਲੈ ਲਈ ਮੋਟਰਸਾਈਕਲ। ਬਕਾਇਆ ਪੈਸੇ ਜਿਹੜੇ ਮੈਂ ਲਿਆਣ ਕੇ ਤੇ ਬੇਗਮ ਸਾਹਿਬਾਂ ਨੂੰ ਫੜਾਏ ਤੇ ਬੇਗਮ ਸਾਹਿਬਾ ਕਹਿੰਦੀ ਆ ਵੀ ਰਕਸ਼ਾ ਹੀ ਲੈਣਾ ਵਾ, ਪੈਸੇ ਨਹੀਂ ਮੇਰੇ ਲਾਉਣ ਦੇਣੇ। ਉਹ ਤਾਂ ਮੇਰੇ ਨਾਲ ਨਾਰਾਜ਼ ਹੋ ਗਈ ਸੀ। ਇਹਨੂੰ ਮੈਂ ਦੱਸਿਆ ਵੀ ਸੀ, ਸਾਡੀ ਬਹਿਸ ਵੀ ਚੱਲੀ ਆ ਤੇ ਇਹਨੇ ਕਿਹਾ ਵੀ ਅੱਛਾ ਜਿਵੇਂ ਫਿਰ ਤੇਰੀ ਮਰਜ਼ੀ ਆ, ਤੂੰ ਵੇਚਣਾ ਤੇ ਵੇਚ ਦੇ ਪਰ ਜਿਹੜਾ ਨਾ ਮੈਂ ਪੈਸੇ ਜ਼ਾਇਆ ਨਹੀਂ ਹੁੰਦੇ। ਮੈਂ ਕਿਹਾ ਨਹੀਂ ਜ਼ਾਇਆ ਹੋਣ ਦਿੰਦਾ ਜਿਹੜਾ ਹੈਗਾ ਨਾ। ਫਿਰ ਕਿਉਂਕਿ ਵੀ ਕੋਈ ਨਹੀਂ ਦੇਖੀ ਜਾਏਗੀ। ਪਹਿਲਾਂ ਅਸੀਂ ਕਰਜ਼ ਕਢਾਉਣ ਲੱਗੇ ਸੀਗੇ, ਬੇਗਮ ਸਾਹਿਬਾ ਕਹਿੰਦੀ ਨਹੀਂ ਕਰਜ਼ਾ ਨਹੀਂ ਲੈਣਾ। ਉਹ ਵੀ ਪਤਾ ਨਹੀਂ ਕਿੱਦਾਂ ਦੀ ਸਿਹਤ ਕਿੱਦਾਂ ਰਹਿੰਦੀ ਕਿੱਦਾਂ ਨਹੀਂ ਤੇ ਉਹ ਦੇਣਾ ਵੀ ਸੌਖੀ ਗੱਲ ਆ, ਕਿੱਦਾਂ ਦੇਣਾ ਵਾ ਵੀ ਕਰਦਾ ਵੀ। ਤੇ ਭੈਣ ਭਾਈ ਉਹ ਗੱਡੀ ਮੈਂ ਕੱਲ ਦਿੱਤੀ ਆ ਵੇਚ। ਤੇ ਮੈਂ ਕਿਹਾ ਆਪਣੇ ਭੈਣ ਭਾਈਆਂ ਨੂੰ ਦੱਸਦੇ ਆ ਕਿ ਗੱਡੀ ਮੈਂ ਜਿਹੜੀ ਆ ਕੱਲ ਵੇਚ ਦਿੱਤੀ, ਮਜਬੂਰ ਹੋ ਕੇ ਵੇਚੀ ਆ। ਤੇ ਬੇਗਮ ਸਾਹਿਬਾ ਨੂੰ ਮੈਂ ਕਿਹਾ ਸੀਗਾ ਵੀ ਮੈਂ ਤੈਨੂੰ ਫਰਸ਼ ਲਵਾ ਦੇਣਾ, ਆ ਦੇਖ ਸਕਦੇ ਕਿ ਆ ਸਾਰਾ ਖਰਾਬ ਹੋਇਆ ਪਿਆ ਵਿਹੜਾ ਟੋਏ ਬਣੇ ਹੋਏ ਆ ਵੀ ਇਹ ਵਿਹੜਾ ਤੁਹਾਨੂੰ ਇੱਥੇ ਮੈਂ ਕੋਈ ਟਾਇਲ ਜਾਂ ਉਹ ਪੱਥਰ ਲਵਾ ਦੇਣਾ ਤੇ ਉਧਰੋਂ ਛੱਤ ਪੱਕੀ ਕਰਾਉਣੀ ਜ਼ਰੂਰੀ ਆ। ਸਾਡੀ ਛੱਤਾਂ ਸਾਡੀਆਂ ਨੇ ਉੱਤੋਂ ਗਲੀਆਂ ਪਈਆਂ ਵਾ, ਯਾਨੀ ਕਿ ਛਾਪਰ ਨਜ਼ਰ ਆ ਰਿਹਾ, ਮਿੱਟੀ ਕੋਈ ਨਹੀਂ ਨਜ਼ਰ ਆ ਰਹੀ। 1.5 ਸਾਲ ਹੋ ਗਿਆ ਲੈਟਾ ਦਿੱਤੇ ਨੂੰ। ਹੋਰ ਜਿਹੜਾ ਸਾਡਾ ਕੰਮ ਇਹ ਰਹਿੰਦਾ ਵਾ ਪਲੇਟਾਂ ਦਾ। ਠੀਕ ਹੈ ਨਾ,
ਇਹਨੂੰ ਮੈਂ ਕਿਹਾ ਸੀ ਵਿੱਚੋਂ 2 ਪਲੇਟਾਂ ਲੈ ਲਈਏ ਤੇ ਬਾਕੀ ਤੈਨੂੰ ਮੈਂ ਛੱਤ ਪੱਕੀ ਕਰਾ ਦੇਵਾਂ ਤੇ ਫਰਸ਼ ਕਰਾ ਦੇਵਾਂ, ਠੀਕ ਹੈ। ਤੇ ਇਹ ਕਹਿੰਦੀ ਸੀ ਹਲੇ ਸੋਚਦੇ ਆ ਕਿਉਂਕਿ ਵੀ ਮੈਂ ਤਾਂ ਅਜੇ ਨਹੀਂ ਮੰਨਦੀ, ਮੈਂ ਕਹਿੰਦੀ ਨਹੀਂ ਗੱਡੀ ਹੀ ਲਈਏ, ਰਕਸ਼ਾ ਹੀ ਲਈਏ, ਜਿੱਦਾਂ ਵੀ ਆ ਚਲੋ ਕੋਈ ਨਹੀਂ ਅੱਲਾ ਦੇ ਪਾਸੇ ਢੋ ਲਾਏ ਕਿ ਤੇ ਰਕਸ਼ੇ ਜੋ ਕਿ ਇਹ ਰਕਸ਼ਾ ਜਿਹੜਾ ਸਾਡੇ ਭਾਈ ਨੇ ਲੈ ਕੇ ਦਿੱਤਾ ਸੀ, ਅੱਲਾ ਨੂੰ ਤੰਦਰੁਸਤੀ ਸਿਹਤ ਦੇਵੇ। ਔਰ ਸਾਡੀ ਇੱਕ ਸਿਸਟਰ ਸੀਗੀ ਲੰਡਨ ਦੇ ਵਿੱਚ, ਉਹਨੇ ਤੇ ਔਰ ਸਾਡੇ ਪਿਆਰੇ ਪਿਆਰੇ ਭਾਈ ਨੇ ਯੂਕੇ ਦੇ ਵਿੱਚੋਂ, ਦੋਵਾਂ ਨੇ ਜਿਹੜਾ ਨਾ ਸਾਡੇ ਭੈਣ ਭਾਈਆਂ ਨੇ ਚਲੋ ਉਹਨਾਂ ਰਲ ਦਾ ਕੇ ਲੈ ਕੇ ਦਿੱਤੀ ਸੀ। ਚਲੋ ਕੰਮ ਕਾਰ ਚੱਲਦਾ ਹੋ ਜੋ, ਛੋਟੇ ਹਾਂਜੀ। ਬੱਚੇ ਆ ਕੰਮ ਤਾਂ ਮਾਸ਼ਾਅੱਲਾ 1.5 ਸਾਲ ਅਸੀਂ ਚਲਾਈ ਆ ਗੱਡੀ, ਲੇਕਿਨ ਉਹ ਕੰਮ ਬਹੁਤ ਜ਼ਿਆਦਾ ਕੱਢਣ ਲੱਗ ਗਈ ਸੀ, ਬਹੁਤ ਜ਼ਿਆਦਾ। ਉਨੀ ਦਿਹਾੜੀ ਨਹੀਂ ਸੀ ਹੁੰਦੀ ਜਿੰਨੇ ਉੱਤੇ ਲੱਗਦਾ ਸੀ। ਤੇ ਫਿਰ ਉਹ ਮਜਬੂਰਨ ਉਦੋਂ ਫਿਰ ਮੈਨੂੰ ਕਿਰਾਏ ਤੇ ਦੇਣੀ ਪੈ ਗਈ ਕਿਉਂਕਿ ਹਾਲਾਤ ਵੀ ਕੁਝ ਇਦਾਂ ਦੇ ਸੀਗੇ। ਤੇ ਹੁਣ ਜਿਹੜਾ ਵਾ ਮੈਂ ਕੱਲ ਜਿਹੜਾ ਉਹ ਗੱਡੀ ਸੇਲ ਕਰ ਦਿੱਤੀ ਆ। ਤੇ ਇਹ ਦੱਸਣਾ ਜ਼ਰੂਰੀ ਸੀ। ਔਰ ਜਦੋਂ ਬੇਗਮ ਸਾਹਿਬਾ ਤਾਂ ਕਹਿੰਦੀ ਸੀ ਭਾਈ ਕੋਲ ਪੁੱਛ ਕੇ ਤੇ ਫਿਰ ਆਪਾਂ ਵੇਚਾਂਗੇ, ਤੇ ਮੈਂ ਕੱਲ ਵੇਚ ਦਿੱਤੀ। ਪਰ ਜਿਹੜਾ ਨਾ ਪਤਾ ਨਹੀਂ ਅੱਗੇ ਕੀ ਇਹਦਾ ਰਿਐਕਸ਼ਨ ਆਉਂਦਾ ਵਾ, ਕੀ ਨਹੀਂ, ਮਾਲ ਬਿਹਤਰ ਜਾਂਦਾ। ਤੇ ਕੰਮ ਕਰਨ ਵਾਲਾ ਨਾ ਬਹੁਤ ਗੰਦਾ ਲੱਗਦਾ ਵਿਹੜੇ ਸਾਰਾ ਵਿੱਚ ਘਰ ਸਹੀ ਕਿ ਜਿਹੜੇ ਆ ਦੇਖਦੇ ਨੇ ਕਿ ਤੁਸੀਂ ਆ ਕੀ ਕੀਤਾ ਹਾਂਜੀ। ਦਰਵਾਜ਼ੇ ਦੇ ਮੂੰਹ ਬਾਕੀ ਸਾਰਾ ਘਰ ਸਹੀ ਹੈ, ਕਹਿੰਦੇ ਮਾਸ਼ਾਅੱਲਾ ਸੋਹਣੇ ਕਮਰੇ, ਸੋਹਣਾ ਬੜਾ ਘਰ। ਇੱਥੋਂ ਆ ਕੇ ਖੇ ਆ ਖਰਾਬ ਵਿਹੜਾ ਆਣ ਕੇ ਦੇਖ ਕੇ ਤੇ ਸਾਨੂੰ ਗੱਲਾਂ ਕਰਦੇ ਆ। ਜਿਹੜਾ ਵੀ ਆਉਂਦਾ ਨਾ ਮਹਿਮਾਨ, ਉਹ ਵਿਹੜੇ ਤੋਂ ਸਾਨੂੰ ਤਨਕੀਦ ਕਰਦਾ ਆਣ ਕੇ। ਦੇਖ ਸਕਦੇ ਬਾਈ ਦਲੀ ਦਿਖਾ ਆ ਸਾਰਾ ਫਰਸ਼, ਆ ਦੇਖੋ ਕਿਵੇਂ ਪੱਟਿਆ ਤੇ ਪਿਆ। ਕੋਈ ਸੀਗੀ, ਕੋਈ ਜਿਹੜੀ ਹੈਗੀ ਇਹ ਫਿਰ ਉਹ ਬਾਹਰ ਬਾਹਰ ਗਟਰ ਬਣਾ ਬਣਾਏ ਦਿੱਤੀ ਸੀਗੇ, ਹਾਂਜੀ। ਇਸ ਵਜ੍ਹਾ ਤੋਂ ਇੱਥੋਂ ਪੱਟ ਹੋਇਆ ਵਾ। ਤੇ ਪਰੇ ਉਹ ਸਾਈਡਾਂ ਸਾਰੀਆਂ ਸਹੀ ਆ, ਬਸ ਆ ਇੰਨੀ ਜਗ੍ਹਾ ਨਾ ਜਿਹੜੀ। ਤੇ ਇਹ ਮੈਂ ਭੈਣੀਆਂ ਨੇ ਦੱਸਣਾ ਵਾ ਵੀ ਇਹ ਵੀ ਕੰਮ ਜ਼ਰੂਰੀ ਆ ਸਾਡਾ, ਤੇ ਛੱਤ ਵਾਲਾ ਵੀ ਕੰਮ ਜ਼ਰੂਰੀ ਆ ਕਿਉਂਕਿ ਪੈਸੇ ਕਮੇਟੀ ਥੋੜੇ ਮੇਰੇ ਆ। ਕੋਲ ਲੱਗਦੀ ਕੋਈ ਨਹੀਂ ਹੈਗੀ, ਮੇਰਾ ਹੈਗਾ ਮੇਰੇ ਆਪਦੇ ਆਪ ਦੁੱਖਾਂ ਲੱਗ ਜਾਂਦੇ ਮੋਢੇ ਮੋਢੇ ਜੇ। ਕਿਉਂਕਿ ਪੈਸੇ ਹੈਗੇ ਥੋੜੇ, ਰਕਸ਼ਾ ਨਹੀਂ ਲਾਇਆ ਹੋਣਾ ਇਹਨੇ ਦਾ ਹੀ ਦੇਣ, ਰਕਸ਼ਾ ਨਹੀਂ ਲਾਇਆ ਹੋਣਾ। ਤੇ ਇਹਦੇ ਵਿੱਚ 50-60 ਹਜ਼ਾਰ ਰੁਪਇਆ ਹੋਰ ਪਾਉਣਾ ਪੈਣਾ, ਫੇਰ ਮੈਨੂੰ ਰਕਸ਼ਾ ਸੋਹਣਾ ਜਿਹਾ ਆਉਣਾ ਵਾ। ਕਿਉਂਕਿ ਉਹਦਾ ਫਾਈਲ ਹੈਗੀ ਸੀ ਤੇ ਕਾਪੀ ਹੈ ਨਹੀਂ ਸੀ ਉਹਦੇ, ਯਾਨੀ ਕਿ ਵਿੱਚ ਫਲਡ ਵੀ ਸੀਗਾ, ਉਹਦੇ ਕਾਪੀ ਲੈਟਰਾਂ 'ਚ ਫਲਡ ਵੀ ਸੀਗਾ। ਤੁਹਾਡੇ ਕੋਲ ਵੀ ਮੈਂ ਦੁਬਾਰਾ ਪੁੱਛਦਾ ਪਿਆ ਵੀ ਤੁਹਾਨੂੰ ਮੈਂ ਕੋਈ ਪੱਥਰ ਲਵਾ ਦੇਣਾ ਛੱਤ ਤੇ। ਉਹ ਭੈਣ ਭਾਈ ਦੱਸਣਗੇ ਕੀ ਕਰਨਾ। ਅੱਛਾ, ਤੇ ਕੰਮ ਤਾਂ ਸਹੀ ਹੈ ਵੀ ਚਲੋ ਪੈਸੇ ਘਰ ਪਏ ਜਿਹੜੇ ਨਾ ਲੱਗ ਜਾਂਦੇ ਆ ਪੈਸੇ। ਤੇ ਮੇਰਾ ਇਹੀ ਇਰਾਦਾ ਕਿ ਪੈਸੇ ਥੋੜੇ ਆ, ਰਕਸ਼ਾ ਨਹੀਂ ਲਿਆ ਹੋਣਾ। 70,000 ਦਾ ਰਕਸ਼ਾ ਨਹੀਂ ਹੁੰਦਾ, ਠੀਕ ਹੈ ਨਾ। 1.5 ਲੱਖ ਦਾ ਰਕਸ਼ਾ ਆਉਂਦਾ, 1.5 ਲੱਖ ਤੋਂ ਉੱਤੇ ਦਾ ਰਕਸ਼ਾ ਆਉਂਦਾ ਜਿਹੜਾ ਵੀ ਆਉਂਦਾ। ਤੇ ਉਹ ਰਕਸ਼ਾ ਜਿਹੜਾ ਮੈਂ ਸੇਲ ਕਰ ਦਿੱਤਾ ਕਿਉਂਕਿ ਉਹਦੀਆਂ ਗਾਡਰੀਆਂ ਵੀ ਥੱਲੋਂ ਟੁੱਟੀਆਂ ਸੀਗੀਆਂ, ਵੈਲਡ ਕਰਾਈਆਂ ਸੀ ਦੁਬਾਰਾ, ਮੇਰੇ ਕੋਲ ਟੁੱਟੀਆਂ ਸੀਗੀਆਂ, ਵੈਲਡ ਕਰਾਈਆਂ ਸੀ। ਔਰ ਗੱਡੀ ਦੇ ਵਿੱਚ ਉਹਦੇ ਕਾਗਜ਼ਾਂ ਦੇ ਵਿੱਚ ਵੀ ਜਿਹੜਾ ਨਾ ਫਲਡ ਸੀਗਾ, ਇਸ ਕਰਕੇ ਮੈਨੂੰ ਵੇਚਣੀ ਪਈ। ਤੇ ਮੇਰੀ ਤਾਂ ਇਹੀ ਸਲਾਹ ਇਹਦੇ ਨਾਲ ਆ ਕਿ ਮੈਂ ਤੈਨੂੰ ਛੱਤਾਂ ਪੱਕੀਆਂ ਕਰਾ ਦੇਵਾਂ ਤੇ ਆਹ ਫਰਸ਼ ਥੱਲੇ ਜਿਹੜਾ ਹੈ ਸੈੱਟ ਕਰਾ ਦੇਵਾਂ ਤੇ 2 ਪਲੇਟਾਂ ਲੈ ਲਈਏ, ਠੀਕ ਹੈ ਨਾ। ਬਾਕੀ ਅੱਲਾ ਪਾਕ ਖੈਰ ਕਰੇ। ਤੇ ਗੱਡੀ ਵੀ ਦਿਖਾਉਂਦੇ, ਮੋਟਰਸਾਈਕਲ ਜਿਹੜੀ ਹੈਗੀ ਹੈ ਉਹ ਵੀ ਆਪਣੇ ਭੈਣ ਭਾਈਆਂ ਨੂੰ ਦਿਖਾਉਂਦੇ ਆ। ਤੇ ਮੇਰੇ ਵਾਸਤੇ ਵੀ ਭੈਣ ਭਾਈਆਂ ਨੇ ਦੁਆ ਕਰਨੀ ਆ, ਗੱਲਾਂ ਸਿਹਤ ਦੇ ਦੇਵੇ। ਕੰਮ ਨਹੀਂ ਹੁੰਦਾ ਮੇਰੇ ਕੋਲੋਂ, ਮੇਰੀ ਅੱਧੀ ਬਾਂਹ ਜਿਹੜੀ ਨਾ ਸਮਝੋ ਨਕਾਮ ਆ ਇਸ ਟਾਈਮ, ਜਿਹੜੀ ਨਾ ਇੰਨਾ ਨਹੀਂ ਕੰਮ ਕਰਦੀ। ਉਧਰ ਮੈਂ ਟੈਲਾਂ ਲਾਉਂਦਾ ਨੇ, ਬੜੀ ਮੁਸ਼ਕਿਲ ਹੈ। ਇਸ ਹੱਥ ਨਾਲ ਮੇਰੇ ਕੋਲ ਟੈਲ ਚੱਕ ਹੀ ਨਹੀਂ ਹੁੰਦੀ, ਇਹ ਬੇਜਾਨ ਹੱਥ ਐਦਾਂ ਚੱਕਦਾ ਨਾ ਸ਼ਾਇਦ, ਤੇ ਆ ਮੁੱਠ ਨਹੀਂ ਘੁੱਟ ਹੁੰਦੀ ਆ, ਪੱਠੇ ਜਿਹੜੇ ਨਾ ਕਮਜ਼ੋਰ ਹੋ ਗਏ ਇਸ ਬਾਂਹ ਦੇ ਬਹੁਤ ਜ਼ਿਆਦਾ। ਬਸ ਸਮਾਨ ਸੇ ਕਰ ਕਰ ਵੀ ਥੱਕ ਗਿਆ ਮੈਂ ਵੀ। ਕੀ ਟੀਕੇ ਵੀ ਲਵਾਇਆ, ਦਵਾਈਆਂ ਵੀ ਦਿੱਤੀਆਂ, ਬੱਚਿਆਂ ਨੇ ਵੀ ਕਰਦੇ ਕਿਉਂਕਿ ਇੰਨੇ ਹੋਰ ਪੈਸੇ ਹੈ ਨਹੀਂ ਕਿ ਜਿਹੜਾ ਅਸੀਂ ਵੱਡਾ ਕਿਸੇ ਡਾਕਟਰ ਕੋਲ ਚੱਲ ਜਾਈਏ ਪ੍ਰਾਈਵੇਟ ਕੋਲ। ਤੇ ਹੁਣ ਅੱਲਾ ਪਾਕ ਖੈਰ ਕਰੇ, ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਚੰਗੇ ਡਾਕਟਰ ਕੋਲ ਵੀ ਜਾਂਦੇ ਹਾਂ। ਦੇਖਣਾ ਤਾਂ ਪੈਣਾ ਵਾ, ਪੱਠਿਆਂ ਦਾ ਮਸਲਾ ਵਾ, ਜੋੜ ਦਾ ਮਸਲਾ ਵਾ। ਇੱਥੋਂ ਬਾਂਹ ਪੂਰੀ ਜੇ ਹੁਣ ਘੱਟ ਵਾ, ਇਹ ਨਾ ਹੋਵੇ ਅਗਾਂ ਨੂੰ ਜ਼ਿਆਦਾ ਹੋ ਜੇ ਤੇ ਉੱਕਾ ਹੀ ਮੈਂ ਹੱਥ ਬਾਂਹ ਨੂੰ ਨਾ ਰਹਿ ਜਾਵਾਂ। ਜੀ ਇਹ ਗੱਡੀ ਲਈ ਆ, ਇਹ ਦੇਖ ਸਕਦੇ 15 ਮਾਡਲ ਰੋਡ ਪ੍ਰਾਂਸ, ਠੀਕ ਹੈ। ਇਹਦੇ ਤੇ ਵੀ ਕਵਰ ਚੜਿਆ ਹੋਇਆ ਵਾ, ਦੇਖੋ ਜੀ ਇਹਦੇ ਤੇ ਵੀ ਕਵਰ ਚੜਿਆ ਹੋਇਆ। 15 ਮਾਡਲ, ਇਹਦੇ ਕਾਗਜ਼ ਵੀ ਕਲੀਅਰ, ਕਾਪੀ ਲੈਟਰ ਸਾਰਾ ਕਲੀਅਰ। 4527 ਲਈਏ ਦਾ ਨੰਬਰ 15 ਮਾਡਲ। ਇਹ ਮੋਟਰਸਾਈਕਲ ਲਿਆ 30,000 ਚ। ਚਲੋ ਮੈਂ ਕਿ ਸਵਾਰੀ ਦੀ ਸਵਾਰੀ ਬਣ ਗਈ ਤੇ ਬਕਾਇਆ ਜਿਹੜੇ ਫਿਰ ਉਹਨਾਂ ਕੋਲ ਪੈਸੇ ਲੈ ਲਿਆ। ਤੇ ਮੈਂ ਤਾਂ ਬੇਗਮ ਸਾਹਿਬਾ ਨੂੰ ਇਹੀ ਕਿਹਾ ਵਾ ਵੀ ਆਪਾਂ ਇਹਨਾਂ ਦਾ ਪੱਥਰ ਲਵਾ ਦਈਏ। ਤੇ ਆ ਦੇਖ ਸਕਦੇ ਆ ਨਾ ਕਿਵੇਂ ਵਿਹੜੇ ਦਾ ਹਾਲਾਤ ਖਰਾਬ ਹੋਇਆ ਪਿਆ ਸਾਰਾ। ਜਿਹੜਾ ਵੀ ਮਹਿਮਾਨ ਆਉਂਦਾ ਵਾ ਸਾਨੂੰ ਇਹੀ ਤਨਕੀਦ ਕਰਦਾ ਵਿਹੜੇ ਵੱਲ ਨੂੰ ਦੇਖ ਕੇ, ਕਹਿੰਦੇ ਘਰ ਬਾਰ ਮਾਸ਼ਾਅੱਲਾ ਇੰਨਾ ਸੋਹਣਾ, ਪਰ ਤੁਹਾਡਾ ਵਿਹੜਾ ਜਿਹੜਾ ਨਾ ਇਹ ਨਹੀਂ ਸਹੀ ਹੈਗਾ, ਵਿਹੜੇ ਨੂੰ ਸਹੀ ਕਰਾਓ। ਆ ਦੇਖ ਸਕਦੇ ਕੀ ਆ ਹਾਲਤ ਬਣੀ ਹੋਈ ਆ। ਆ ਕੱਚੀ ਜਗ੍ਹਾ ਸਾਰੀ ਜਿੱਥੇ ਮੰਜਾ ਡਾਇਆ ਤੇ ਟੋਏ ਬਣੇ ਆ, ਤੇ ਜਦੋਂ ਬਾਰਿਸ਼ ਹੁੰਦੀ ਇੱਥੇ ਪਾਣੀ ਖੜ ਜਾਂਦਾ। ਤੇ ਬਾਕੀ ਛੱਤਾਂ ਜਿਹੜੀਆਂ ਵਾ ਉਹ ਪੱਕੀਆਂ ਕਰਾਉਣ ਵਾਲੀਆਂ। ਮਾਸ਼ਾਅੱਲਾ ਮੌਸਮ ਅੱਜ ਐਨ ਸਾਫ਼ ਆ, ਕੱਲ੍ਹ ਵੀ ਸਾਫ਼ ਸੀ ਤੇ ਅੱਜ ਵੀ ਸਾਫ਼ ਆ। ਇੱਧਰ ਕਿਚਨ 'ਚ ਵਾਜਦ ਅਲੀ ਚਾय ਬਣਾ ਰਿਹਾ। ਵਾਲੇਕੁਮ ਸਲਾਮ। ਵਾਜਦ ਅਲੀ ਚਾय ਬਣਾ ਰਿਹਾ। ਵਾਜਦ ਅਲੀ ਰਸ ਲਿਆਂਦੇ ਨਾਲ ਰਸ ਲਿਆਂਦੇ ਆ ਤੇ ਵਾਜਦ ਬੇਟਾ ਚਾय ਬਣਾ ਰਿਹਾ ਵਾ। ਤੇ ਇਹਦੀ ਵੀ ਖਵਾਇਸ਼ ਆ ਸਾਈਕਲ ਦੀ, ਕਹਿੰਦਾ ਮੈਂ ਸਾਈਕਲ ਹੀ ਲੈਣੀ ਆ। ਇਹਨੂੰ ਪਤਾ ਲੱਗਿਆ ਨਾ ਵੀ ਇਹਨਾਂ ਨੇ
ਰਿਕਸ਼ਾ ਵੇਚ ਦਿੱਤਾ ਵਾ ਤੇ ਕਹਿੰਦਾ ਮੈਨੂੰ ਸਾਈਕਲ ਲੈ ਕੇ ਦਿਓ, ਮੈਨੂੰ ਸਾਈਕਲ ਲੈ ਕੇ ਦਿਓ। ਸਕੂਲ ਇਹਨਾਂ ਦੇ ਲੱਗਣ ਵਾਲੇ ਆ। ਵਾਇਦਲੀ ਕਿੰਨੀ ਤਰੀਕ ਨੂੰ ਲੱਗਣੇ ਸਕੂਲ? 12 ਤਰੀਕ ਨੂੰ। 12 ਤਰੀਕ ਨੂੰ। ਤੇ ਚਾਹ ਪੀਣੀ ਆ, ਦੁਪਹਿਰ ਦਾ ਟਾਈਮ, ਨਮਾਜ਼ ਪੜ੍ਹ ਲਈ ਹੈ ਜੁਮੇ ਦੀ। ਮੈਂ ਤਾਂ ਘਰ ਹੀ ਪੜ੍ਹ ਲਈ ਸੀ ਕਿ ਮੈਂ ਨਹੀਂ ਜਾ ਸਕਦਾ ਸੀ ਮਸਜਿਦ 'ਚ, ਉੱਥੇ ਫਿਰ ਜਮਾਤ ਦੇ ਨਾਲ ਨਹੀਂ ਪੜ੍ਹੀ ਨਮਾਜ਼, ਤੇ ਘਰ ਹੀ ਫਿਰ ਨਮਾਜ਼ ਅਦਾ ਕਰ ਲਈ। ਤੇ ਬੱਚੇ ਮਾਸ਼ਾਅੱਲਾ ਗਏ ਸੀਗੇ ਵਾਜਦ ਲਈ, ਮਜਾਹਦ ਵੀ ਨਹੀਂ ਸੀ ਗਿਆ, ਮਜਾਹਦ ਦਾ ਪੈਰ ਦੁਖਦਾ ਜੀ। ਹੁਣ ਗਏ ਸੀ ਸ਼ਹਿਰ, ਤੇ ਸ਼ਹਿਰੋਂ ਆਏ ਆ ਮਜਾਹਦ ਅਲੀ ਦੇ ਪੱਟੀ ਕਰਾ ਕੇ ਆਂਦੀ ਆ। ਦੇਖੋ ਜੀ ਉਹਨੇ ਕਿਹਾ ਬਹੁਤ ਰੇਸ਼ਾ ਵੀ ਬਹੁਤ ਜ਼ਿਆਦਾ ਵਾ, ਹਾਂਜੀ ਬਹੁਤ ਜ਼ਖਮ ਖਰਾਬ ਹੋਇਆ, ਤੇ ਉੱਥੋਂ ਲਈ ਨਾਲੇ ਦਵਾਈ ਆਪਣੇ ਲਈ ਲਈ ਆ ਟੂਬ। ਤੇ ਮੇਰੀਆਂ ਨਾ ਇਹ ਹੈਗੀਆਂ ਬੇਗਮ ਸਾਹਿਬਾ ਦੀਆਂ। ਆ ਦੇਖੋ ਜੀ ਜੀਜ਼ੈਟ ਇਹਦੀਆਂ ਜਿਹੜੀਆਂ ਨਾ, ਇਹਦੀ ਦਵਾਈ ਬਹੁਤ ਮਹਿੰਗੀ ਹੈ ਮਜਾਹਦ ਦੀ, 1000 ਰੁਪਇਆ ਦੇ ਲਾ ਇੰਨੀਆਂ ਦਵਾਈਆਂ ਦੇ ਲੱਗ। ਹਾਂਜੀ ਤੇ ਮੈਂ ਆਪਦੇ ਲਈ ਲਿਆਂਦੀ ਆ ਟੂਬ। ਫਿਲਹਾਲ ਦਿਖਾਈਏ ਉਹ ਟੂਬ ਕਿਹੜੀ ਹੈ, ਪੱਠਿਆਂ ਦੀ ਮਾਲਿਸ਼ ਕਰਨ ਵਾਸਤੇ। ਤੇ ਇਹ ਟੂਬ ਦਿਖਾ ਕਿਹੜੀ ਹੈ, 300 ਰੁਪਏ ਦੀ ਇਕੱਲੀ ਟੂਬ ਆਈ ਹੈ। ਹਾਂਜੀ ਇਹ ਵਾਲੀ, ਇਹ ਦੇਖੋ ਜੀ ਇਹ ਟੂਬ ਜੈਲ ਮਾਲਿਸ਼ ਕਰਨੀ ਉਹਨੇ ਕਿਹਾ। ਤੇ ਉਹਨੇ ਕਿਹਾ ਵੀ ਜੇ ਨਾ ਆਰਾਮ ਆਇਆ ਤੇ ਫਿਰ ਉਹਨੇ ਆ ਦਵਾਈਆਂ ਲਿਖ ਕੇ ਦਿੱਤੀਆਂ ਵਾ। ਵਰਕਾ ਤੁਹਾਡੇ ਕੋਲ ਹੀ ਉਹ ਇਹ ਜੀ, ਇਹ ਲਿਖ ਕੇ ਦਿੱਤੀ ਆ। ਦਵਾਈ ਲਿਖ ਕੇ ਦਿੱਤੀ ਉਹਨੇ ਕਿਹਾ ਜੇ ਟੂਪ ਨਾਲ ਆਰਾਮ ਆਇਆ ਤੇ ਫਿਰ ਤੁਸੀਂ ਇਹ ਲਿਆ ਕੇ ਇਸਤੇਮਾਲ ਕਰੋ। ਹਾਂਜੀ ਤੇ ਅੱਲਾ ਖੈਰ ਕਰੇ, ਆਰਾਮ ਆ ਦੇਖੋ ਜਾਏਗਾ। ਜੀ ਸਾਨੂੰ ਤਾਂ ਇੰਗਲਿਸ਼ ਆਉਂਦੀ ਨਹੀਂ, ਤੇ ਜਿਹੜੇ ਮੇਰੇ ਭੈਣ ਭਾਈ ਨੂੰ ਆਉਂਦੀ ਆ ਤੇ ਆ ਕਮੈਂਟ ਆਪਸ਼ਨ 'ਚ ਜ਼ਰੂਰ ਦੱਸਣਾ ਵੀ ਇਹ ਕਿਹੜੀ ਕਿਹੜੀ ਦਵਾਈ ਲਿਖਿਆ ਰਾਤ ਕੋ ਲਿਖ ਕੇ ਖਾਣੀ ਹੈ। ਯਾਨੀ ਕਿ ਜਿਹੜੇ ਮਰਜ਼ੀ ਤੁਸੀਂ ਨਾ ਸਟੋਰ ਤੋਂ ਲੈ ਸਕਦੇ ਆ। ਵੀ ਉਹਨੇ ਕਿਹਾ ਮਾੜੇ ਬੰਦੇ ਤੁਸੀਂ, ਤੇ ਮੈਂ ਤੁਹਾਨੂੰ ਲਿਖ ਕੇ ਦੇ ਦੇਣਾ ਇੱਦਾਂ ਹੀ ਨਾ। ਤੇ ਉਹ ਟੂਬ ਦੇ ਦਿੱਤੀ ਸੀ ਉਹਨੇ ਮਾਲਿਸ਼ ਵਾਸਤੇ। ਉਹਨੇ ਕਿਹਾ ਜੀ ਅਗਰ ਇਹਨੇ ਨਾਲ ਆਰਾਮ ਆ ਗਿਆ ਤਾਂ ਠੀਕ ਹੈ, ਨਹੀਂ ਇਹ ਪਹਿਲਾਂ ਹੀ ਆ। ਤੇ ਉਹਨੇ ਕਿਹਾ ਵੀ ਪੱਠਿਆਂ ਤੇ ਬਹੁਤ ਜ਼ਿਆਦਾ ਚੋਟ ਆਈ ਹੋਈ ਆ, ਤੇ ਪੱਠੇ ਇਸ ਵਜ੍ਹਾ ਤੋਂ ਰੁਕਦੇ ਆ ਬਾਜ਼ੂ ਦੇ। ਉਹਨੇ ਕਿਹਾ ਬਰ ਵਕਤ ਤੁਸੀਂ ਇਹਦਾ ਇਲਾਜ ਕਰਾਓ, ਤੇ ਤੁਸੀਂ ਟੈਸਟ ਵੀ ਕਹਿੰਦਾ ਸੀ ਕਰਾਓ ਇਹਦੇ ਬਾਜ਼ੂ ਦਾ। ਕੀ ਕਹਿੰਦਾ ਸੀ ਨਾ, ਕਿਹੜੇ ਡਾਕਟਰ ਦਾ ਨਾਮ ਲੱਗਾ ਸੀ? ਹਾਂਜੀ ਹੋਮਿਓਪੈਥਿਕ ਡਾਕਟਰ ਸੀ ਕੋਈ। ਤੇ ਕਹਿੰਦਾ ਮੈਂ ਨਹੀਂ ਤਾਂ ਉਹਦੇ ਕੋਲ ਤੁਹਾਨੂੰ ਮੈਂ ਭੇਜ ਦਿੰਦਾ ਵਾ, ਤੇ ਆਪਦੇ ਟੈਸਟ ਵਗੈਰਾ ਵੀ ਇਹਦੇ ਕਰਾਓ। ਤੇ ਕੀ ਪਤਾ ਅੱਲਾ ਮਾਫੀ ਤੇ ਵੀ ਗੈਂਠੀਏ ਦਾ ਤਾਂ ਨਹੀਂ ਹੈ ਸਾਡੇ ਕਿਸੇ ਖਾਨਦਾਨ ਦੇ ਵਿੱਚ ਨਹੀਂ ਹੈਗਾ ਇਹ ਮਸਲਾ। ਦਿਲ ਦਾ ਮਸਲਾ ਜ਼ਰੂਰ ਹੈ ਮੇਰੀ ਵਡੇਰੀ ਨੂੰ, ਹਾਰਟ ਦਾ, ਤੇ ਉਹ ਮੈਨੂੰ ਵੀ ਹੈ ਹਾਰਟ ਦਾ ਮਸਲਾ। ਤੇ ਪੱਠਿਆਂ ਦਾ ਮਸਲਾ ਜਿਹੜਾ ਹੁਣ ਬਣਿਆ ਆਣ ਕੇ ਸੱਜੇ ਪਾਸੇ, ਉਹ ਵੀ ਜਿਹੜਾ ਸੀਮਟ ਦਾ ਬੋਰਾ ਗਿਰਨ ਦੇ ਨਾਲ ਹੀ ਬਹਾਨਾ ਬਣ ਗਿਆ। ਤੇ ਉੱਥੋਂ ਹੀ ਜਿਹੜਾ ਨਾ ਤੇ ਡਾਕਟਰ ਨੇ ਇਹ ਕਿਹਾ ਵੀ ਚੋਟ ਆਈ ਆ ਪੱਠਿਆਂ ਤੇ ਕਾਫੀ ਸਾਰੀ, ਤੇਰੇ ਪੱਠੇ ਫੇਂ ਹੋ ਗਏ ਆ। ਗੱਟੂ ਸੀਮਟ ਦਾ ਵਜ਼ਨ ਜ਼ੋਰ ਨਾਲ ਡਿੱਗਿਆ, 50 ਕਿਲੋ ਦਾ ਗੱਟੂ ਹੁੰਦਾ, ਤੇ ਉਹਦੇ ਨਾਲ ਨਾ ਜਿਹੜਾ ਪੱਠੇ ਡੈਮੇਜ ਹੋ ਗਿਆ। ਤੇ ਪੱਠੇ ਤਦ ਕਰਕੇ ਰੁਕਦੇ ਆ ਬਾਜ਼ੂ ਦੇ, ਤੇ ਦਰਦ ਹੁੰਦੀ ਉਹਨੂੰ ਸਾਰੀ ਦੱਸਿਆ। ਤੇ ਉਹਨੇ ਜੈਲ ਦਿੱਤੀ ਹੈ, ਲਾਉਂਦੇ ਆ ਮਾਲਕ ਖੈਰ ਕਰੇ। ਤੇ ਉਹਦਿਆਂ ਲਈ ਆ ਸਬਜ਼ੀ ਆਲੂ ਮਟਰ, ਤੇ ਮਜਾਹਦ ਅਲੀ ਦੇ ਉਹ ਦਵਾਈ ਲਾ ਕੇ ਪੱਟੀ ਕਰਾਈ ਆ। ਤੇ ਬਾਕੀ ਗੋਲੀਆਂ ਹੋਰ ਸਿਰਪ ਵਗੈਰਾ ਦਿੱਤੇ ਆ। ਤੇ ਆਪਣੀ ਦਵਾਈ ਵੀ ਅਗਰ ਸਹਿਮਲ ਲੈ ਲਈ ਆ। ਤੇ ਮੇਰਾ ਬਾਜ਼ੂ ਦੇ ਲਾ ਹਾਲੇ ਵੀ ਸੁੰਨ ਜਿਹਾ, ਉਹੀ ਉਹਨੇ ਦੱਸਿਆ। ਹਾਂਜੀ ਤੇ ਮਾਲਕ ਰੱਖਿਆ ਖੈਰ। ਤੇ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ। ਅਗਰ ਆਪਣਾ ਔਰ ਆਪਦੇ ਪਿਆਰਿਆਂ ਦਾ ਰੱਖਣਾ ਬਹੁਤ ਸਾਰਾ ਖਿਆਲ, ਦੁਆਵਾਂ 'ਚ ਸਾਨੂੰ ਵੀ ਰੱਖਣਾ ਯਾਦ। ਮਿਲਾਂਗੇ ਨੈਕਸਟ ਬਲੌਗ 'ਚ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।